हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਲੀਨੀਅਰ ਇਨਕੁਐਲਿਟੀਜ਼। ਬਹੁਤ ਇੰਪੋਰਟੈਂਟ ਚੈਪਟਰ ਹੈਗਾ, ਮਾਸਟਰ ਕਿਡੋ ਚ ਕੁਐਸਚਨ ਆਉਂਦਾ ਐਂਡ ਬਹੁਤ ਸਿੰਪਲ ਕੁਐਸਚਨ ਆਉਂਦਾ ਹੈ। ਠੀਕ ਹੈ, ਸੋ ਸਮਝਦੇ ਹਾਂ ਪਹਿਲਾਂ ਇਹਦੀਆਂ ਕੁਝ ਬੇਸਿਕ ਟਰਮੀਨੋਲੋਜੀਜ਼। ਸਭ ਤੋਂ ਪਹਿਲਾਂ ਇੰਟਰਵਲਸ ਕੀ ਹੁੰਦੇ, ਤੁਸੀਂ ਸੁਣਿਆ ਹੋਣਾ ਕਲੋਜ਼ ਇੰਟਰਵਲ, ਓਪਨ ਇੰਟਰਵਲ, ਸੈਮੀ ਕਲੋਜ਼, ਸੈਮੀ ਓਪਨ ਇੰਟਰਵਲ। ਸੋ ਕੀ ਹੁੰਦੇ ਆ ਸਮਝਦੇ ਚੰਗੀ ਤਰ੍ਹਾਂ। ਡੈਫੀਨੇਸ਼ਨ ਤੋਂ ਦੇਖੋ, ਇਹਦੀ ਡੈਫੀਨੇਸ਼ਨ ਦਿੱਤੀ ਹੋਈ ਆ ਕਿ ਲੈਟ ਏ ਤੇ ਬੀ ਸਾਡੇ ਕੋਲ ਦੋ ਰੀਅਲ ਨੰਬਰ ਹੈਗੇ ਨੇ। ਏ ਤੇ ਬੀ ਸਾਡੇ ਕੋਲ ਕੀ ਹੈਗੇ ਨੇ, ਦੋ ਰੀਅਲ ਨੰਬਰ ਹੈਗੇ ਨੇ ਕਿ ਏ ਜਿਹੜਾ ਆ ਉਹ ਲੈਸ ਦੈਨ ਹੈਗਾ ਬੀ। ਦੈਨ ਜਿੰਨਾ ਵੀ ਸੈੱਟ ਹੋਏਗਾ ਰੀਅਲ ਨੰਬਰ ਦਾ, ਆਲ ਰੀਅਲ ਨੰਬਰ ਐਕਸ ਸੱਚ ਦੈਟ ਉਹ ਐਕਸ ਕਿਹੜੇ ਹੋਣਗੇ, ਜਿਹੜੇ ਗ੍ਰੇਟਰ ਦੈਨ ਇਕੁਅਲ ਟੂ ਏ ਹੋਣਗੇ ਐਂਡ ਲੈਸ ਦੈਨ ਇਕੁਅਲ ਟੂ ਬੀ ਹੋਣਗੇ। ਉਹਨੂੰ ਆਪਾਂ ਕਹਿੰਦੇ ਕਲੋਜ਼ ਇੰਟਰਵਲ, ਯਾਨੀ ਕੁਛ ਇੱਦਾਂ ਰਿਪਰੈਜ਼ੈਂਟੇਸ਼ਨ ਹੋਏਗੀ। ਯਾਨੀ ਕਿ ਇਹਦੇ ਵਿੱਚ ਉਹ ਸਾਰੇ ਨੰਬਰ ਆਉਣਗੇ ਇਨਕਲੂਡਡ ਏ ਅਤੇ ਬੀ, ਜਿਹੜੇ ਏ ਅਤੇ ਬੀ ਦੇ ਵਿਚਕਾਰ ਵੀ ਨੇ, ਪਲੱਸ ਹੈਗੇ ਨੇ, ਪਲੱਸ ਏ ਅਤੇ ਬੀ ਵੀ ਹੈਗੇ ਨੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਰਿਪਰੈਜ਼ੈਂਟ ਐਕਸ ਬਿਲੋਂਗਸ ਟੂ ਰੀਅਲ ਨੰਬਰ ਐਕਸ ਜਿਹੜੇ ਉਹ ਏ ਅਤੇ ਬੀ ਮਤਲਬ ਇਕੁਅਲ ਟੂ ਵੀ ਉਹਨਾਂ ਦੇ ਮਤਲਬ ਉਹ ਵੀ ਇਨਕਲੂਡਡ ਹੈਗੇ ਆ ਅਤੇ ਉਹਨਾਂ ਤੋਂ ਵਿੱਚ ਵਾਲੇ ਹੈਗੇ ਨੇ। ਬਟ ਓਪਨ 'ਚ ਕੀ ਹੁੰਦਾ, ਓਪਨ 'ਚ ਵੀ ਸੇਮ ਚੀਜ਼ ਹੈਗੀ, ਬਸ ਫਰਕ ਕੀ ਹੈ, ਇਹ ਏ ਅਤੇ ਬੀ ਇਨਕਲੂਡਡ ਨਹੀਂ ਹੁੰਦੇ, ਯਾਨੀ ਇੱਥੇ ਇਕੁਅਲ ਟੂ ਦਾ ਸਾਈਨ ਨਹੀਂ ਹੈਗਾ। ਯਾਨੀ ਹੈ ਤਾਂ ਉਹੀ ਹੈ ਕਿ ਏ ਲੈਸ ਦੈਨ ਬੀ ਆ, ਬਟ ਇੱਕ ਵਿੱਚ ਨੰਬਰ ਐਕਸੋ ਵਾਲੇ ਸਾਰੇ ਹੈਗੇ ਨੇ ਜਿਹੜੇ ਏ ਤੋਂ ਵੱਡੇ ਹੋਣਗੇ, ਬੀ ਤੋਂ ਛੋਟੇ ਹੋਣਗੇ, ਬਟ ਏ ਵੀ ਵਿੱਚ ਨਹੀਂ ਆਉਣਗੇ। ਸੋ ਇਹਦੀ ਰਿਪਰੈਜ਼ੈਂਟੇਸ਼ਨ ਕੁਛ ਇਸ ਤਰ੍ਹਾਂ ਹੁੰਦੀ ਓਪਨ ਇੰਟਰਵਲ ਇੱਦਾਂ। ਠੀਕ ਹੈ, ਇਹਦੇ ਵਿੱਚ ਏ ਅਤੇ ਬੀ ਇਨਕਲੂਡਡ ਨਹੀਂ ਹੋਣਗੇ। ਸੈਮੀ ਓਪਨ, ਹੁਣ ਧਿਆਨ ਨਾਲ ਸਮਝੋ ਸੈਮੀ ਓਪਨ ਜਾਂ ਸੈਮੀ ਕਲੋਜ਼ ਇੰਟਰਵਲ ਕੀ ਹੈਗੇ ਨੇ। ਲੈਟਸ ਸੇ ਜਿੱਦਾਂ ਅਗੇਨ ਉਹੀ ਏ ਹੈਗਾ ਲੈਸ ਦੈਨ ਬੀ, ਐਕਸ ਵਾਲੇ ਨੰਬਰ ਹੈਗੇ ਨੇ ਜਿਹੜੇ ਗ੍ਰੇਟਰ ਦੈਨ ਇਕੁਅਲ ਟੂ ਏ ਹੈਗੇ ਬਟ ਲੈਸ ਦੈਨ ਇਕੁਅਲ ਟੂ ਬੀ। ਯਾਨੀ ਇਕੁਅਲ ਟੂ ਦਾ ਮਤਲਬ ਐਕਸ ਏ ਦੇ ਬਰਾਬਰ ਵੀ ਹੈਗੇ, ਯਾਨੀ ਏ ਇਨਕਲੂਡਡ ਹੈਗਾ। ਸੋ ਏ ਵੱਲੋਂ ਬ੍ਰੈਕਟ ਹੋ ਜਾਣੀ ਕਲੋਜ਼, ਬੀ ਵੱਲੋਂ ਕੀ ਰਹਿਣੀ ਓਪਨ, ਯਾਨੀ ਬੀ ਵਿੱਚ ਇੰਟਰਵਲ ਦੇ ਇਨਕਲੂਡ ਨਹੀਂ ਹੈਗਾ। ਇੱਦਾਂ ਜੇ ਮੈਂ ਕੀ ਕਰਾਂ, ਇੱਧਰ ਸਾਈਡ ਨਿਸ਼ਾਨ ਪਾ ਦੇਵਾਂ ਅਤੇ ਫਿਰ ਕੀ ਹੋਏਗਾ, ਇੱਧਰ ਏ ਵਾਲੀ ਸਾਈਡ ਓਪਨ ਇੰਟਰਵਲ ਹੋ ਜਾਣਗੇ। ਠੀਕ ਹੈ, ਓਪਨ ਇੰਟਰਵਲ ਅਤੇ ਬੀ ਵਾਲੀ ਸਾਈਡ ਕੀ ਆ ਜਾਏਗਾ ਸਾਡੇ ਕੋਲ ਕਲੋਜ਼ ਇੰਟਰਵਲ। ਕਿਉਂ, ਕਿਉਂਕਿ ਇੱਧਰ ਇਕੁਅਲ ਟੂ ਆ ਗਿਆ। ਬਸ ਇੱਧਰ ਸੈਮੀ ਓਪਨ ਅਤੇ ਕਲੋਜ਼ ਬਣਦੇ, ਸਿੰਪਲ ਹੈਗਾ। ਦੇਖੋ ਇਹ 1 ਹੈਗਾ, 1 ਦਾ ਬਣਾਇਆ ਹੋਇਆ, ਏ ਵੱਲੋਂ ਓਪਨ ਹੈਗਾ। ਠੀਕ ਹੈ, ਓਪਨ ਆ, ਸੋ ਇੱਥੇ ਦੇਖੋ ਇਹਨੂੰ ਮਾਰ ਕੇ ਫਿਲ ਨਹੀਂ ਕੀਤਾ, ਇਹਨੂੰ ਫਿਲ ਕੀਤਾ। ਇੱਧਰੋਂ ਏ ਵੱਲੋਂ ਬੰਦ ਹੈਗਾ, ਬੀ ਵੱਲੋਂ ਓਪਨ। ਠੀਕ ਹੈ ਜੀ। ਨੈਕਸਟ ਇਨਇਕੁਏਸ਼ਨ ਕੀ ਹੁੰਦੀ, ਦੇਖੋ ਕੋਈ ਵੀ ਸਟੇਟਮੈਂਟ ਜਿਹਦੇ ਵਿੱਚ ਵੇਰੀਏਬਲ ਹੋਵੇ, ਕੀ ਹੋਣ ਵੇਰੀਏਬਲ ਐਂਡ ਸਾਈਨ ਆਫ ਇਨਇਕੁਐਲਿਟੀ ਹੋਵੇ, ਉਹਨੂੰ ਬੋਲਦੇ ਇਨਇਕੁਏਸ਼ਨ। ਇਨਇਕੁਏਸ਼ਨ ਕੀ ਹੈ, ਜਿਹਦੇ ਵਿੱਚ ਕੀ ਹੋਣ ਵੇਰੀਏਬਲ ਪਲੱਸ ਸਾਈਨ ਕਿਹਦਾ ਇਨਇਕੁਐਲਿਟੀ ਦਾ। ਜਿਸ ਦੋ ਚੀਜ਼ ਤੁਹਾਨੂੰ ਦੇਖਣ, ਵੇਰੀਏਬਲ ਕਿਹੜੇ ਹੁੰਦੇ ਐਕਸ ਵਾਈ ਵਗੈਰਾ, ਇਹ ਦਿਖਣ ਨਾਲ ਤੁਹਾਨੂੰ ਕੋਈ ਸਾਈਨ ਆਫ ਇਨਇਕੁਐਲਿਟੀ ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ। ਸੋ ਇਹ ਵਾਲੇ ਸਾਈਨ ਦਿਖਣ ਤੁਹਾਨੂੰ। ਠੀਕ ਹੈ, ਜਿੱਦਾਂ ਹੁਣ ਇਹ ਦੇਖੋ ਇਕੁਏਸ਼ਨ ਏ ਐਕਸ ਪਲੱਸ ਬੀ ਲੈਸ ਦੈਨ 0, ਇਹ 'ਚ ਵੇਰੀਏਬਲ ਕਿਹੜਾ ਹੈਗਾ ਐਕਸ, ਸਾਈਨ ਕਿਹੜਾ ਹੈਗਾ ਲੈਸ ਦੈਨ, ਯਾਨੀ 'ਚ ਦੋਨੀ ਚੀਜ਼ਾਂ ਹੈਗੀਆਂ ਅਤੇ ਇਹਨੂੰ ਕੀ ਬੋਲਿਆ ਆਪਾਂ ਇਨਇਕੁਏਸ਼ਨ। ਇਹ ਹੈਗੀ ਵਨ ਵੇਰੀਏਬਲ ਇੱਕੋ ਵੇਰੀਏਬਲ ਐਕਸ। ਜਿੱਦਾਂ ਨੀਚੇ ਵਾਲੀਆਂ ਦੇਖੋ ਏ ਐਕਸ ਪਲੱਸ ਵੀ ਵਾਈ, ਇਹ 'ਚ ਕਿੰਨੇ ਵੇਰੀਏਬਲ ਹੈਗੇ ਨੇ, 2 ਐਕਸ ਅਤੇ ਵਾਈ, 2 ਵੇਰੀਏਬਲ ਹੈਗੇ ਨੇ। ਅਤੇ ਜਿੱਦਾਂ ਲੈਸ ਦੈਨ 0, ਹੁਣ ਸਾਈਨ ਆਫ ਇਨਇਕੁਏਸ਼ਨ, ਸਾਈਨ ਆਫ ਇਨਇਕੁਐਲਿਟੀ ਵੀ ਹੈਗਾ। ਸੋ ਅਸੀਂ ਇਹਨੂੰ ਕਹਾਂਗੇ ਇਨਇਕੁਏਸ਼ਨ, ਲੀਨੀਅਰ ਇਨਇਕੁਏਸ਼ਨ ਇਨ ਸੈਕਿੰਡ ਵੇਰੀਏਬਲ। ਠੀਕ ਹੈ, ਇਹ ਇਕੁਏਸ਼ਨ ਹੈਗੀ ਆ ਇਨ ਦਾ ਸੈਕਿੰਡ ਵੇਰੀਏਬਲ, ਸੌਰੀ 2 ਵੇਰੀਏਬਲ ਐਕਸ ਐਂਡ ਵਾਈ। ਇਹ ਵਾਲੀ ਇਨਇਕੁਏਸ਼ਨ 1 ਵੇਰੀਏਬਲ 'ਚ ਸੀਗੀ, ਯਾਨੀ ਇੱਕੋ ਵੇਰੀਏਬਲ ਸੀ, ਇਹ 'ਚ 2 ਵੇਰੀਏਬਲ ਹੈਗੇ ਨੇ। ਇਹ ਕੁਆਡਰੇਟਿਕ ਇਨਇਕੁਏਸ਼ਨ ਹੈਗੀ, ਕੁਆਡਰੇਟਿਕ ਜਿੱਦਾਂ ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਲੈਸ ਦੈਨ 0, ਇਹ ਆ ਗਈ ਕੁਆਡਰੇਟਿਕ। ਜਿੱਦਾਂ ਤੁਹਾਨੂੰ ਪਤਾ ਨਾ ਕੁਆਡਰੇਟਿਕ ਇਕੁਏਸ਼ਨ ਦਾ ਬਸ ਉਸੇ ਫਾਰਮ 'ਚ। ਨੈਕਸਟ ਜੀ ਸੋਲਿਊਸ਼ਨ, ਆਪਾਂ ਸੋਲਿਊਸ਼ਨ ਕਿੱਦਾਂ ਫਾਈਂਡ ਆਊਟ ਕਰਦੇ। ਦੇਖੋ ਸੋਲਿਊਸ਼ਨ ਉਹ ਹੁੰਦਾ ਕਿਸੇ ਵੀ ਇਨਇਕੁਏਸ਼ਨ ਦਾ ਸੋਲਿਊਸ਼ਨ, ਉਹ ਇੱਕ ਵੈਲਿਊ ਹੁੰਦੀ ਆ ਜਿਹੜੀ ਉਸ ਸਟੇਟਮੈਂਟ ਨੂੰ ਸੈਟਿਸਫਾਈ ਕਰ ਜਾਵੇ। ਜਿੱਦਾਂ ਇਹਨਾਂ ਦੱਸਿਆ 13x ਲੈਸ ਦੈਨ 200, ਯਾਨੀ ਐਕਸ ਦੀਆਂ ਮੈਂ ਕਿਹੜੀਆਂ ਵੈਲਿਊਜ਼ ਪੁੱਟ ਕਰਾਂ ਕਿ ਇਹ ਮੇਰੇ ਕੋਲ ਸਟੇਟਮੈਂਟ ਜਿਹੜੀ ਆ ਉਹ ਸੈਟਿਸਫਾਈ ਹੋ ਜਾਏ। ਤਾਂ 1 ਪੁੱਟ ਕਰਾਂ ਮੈਂ ਅਤੇ 13 1 ਦਾ 13, ਹਾਂਜੀ ਉਹ ਲੈਸ ਦੈਨ ਹੀ ਹੈ 200, ਯਾਨੀ ਪਹਿਲੀ ਗੱਲ ਤਾਂ ਸੈਟਿਸਫਾਈ ਕਰਦੀ ਹੈ। ਐਕਸ ਇਕੁਅਲ ਟੂ 1 ਕੀ ਹੋ ਗਿਆ ਇਹਦਾ ਸੋਲਿਊਸ਼ਨ। ਇਹਦੇ 0 ਪੁੱਟ ਕਰੋ, 0 ਵੀ ਲੈਸ ਦੈਨ ਹੈਗਾ 200, ਸੋ ਐਕਸ ਇਕੁਅਲ ਟੂ 0 ਵੀ ਇਹਦਾ ਸੋਲਿਊਸ਼ਨ ਹੋ ਗਿਆ। ਐਕਸ 2 ਪੁੱਟ ਕਰੋ, ਸੌਰੀ ਇੱਥੇ ਐਕਸ ਨੂੰ ਅਸੀਂ 2 ਪੁੱਟ ਕੀਤਾ, 26 ਉਹ ਵੀ ਤਾਂ ਲੈਸ ਦੈਨ 200, ਸੋ ਇਹ ਵੀ ਸੋਲਿਊਸ਼ਨ ਹੈਗਾ। ਬਟ ਜਦੋਂ 16 ਪੁੱਟ ਕਰੋ, 13 × 16 208 ਆ ਗਿਆ, 208 ਇਜ਼ ਨਾਟ ਲੈਸ ਦੈਨ 200, ਨਹੀਂ ਹੈਗਾ ਨਾ। ਸੋ ਇਸ ਕਰਕੇ ਇਹਦੇ ਲਈ ਸੋਲਿਊਸ਼ਨ ਨਹੀਂ ਹੋਏਗਾ। ਸੋ ਸੋਲਿਊਸ਼ਨ ਉਹੀ ਹੋਣਗੇ ਜਿਹੜੇ ਉਸ ਸਟੇਟਮੈਂਟ ਨੂੰ ਟਰੂ ਸਾਬਿਤ ਕਰਨਗੇ। ਠੀਕ ਹੈ ਜੀ। ਨੈਕਸਟ ਜੀ ਜਨਰਲ ਰੂਲ, ਇਹ ਬਹੁਤ ਇੰਪੋਰਟੈਂਟ, ਇੱਥੋਂ ਸਾਡੀ ਮੇਨ ਇਨਇਕੁਐਲਿਟੀ ਜੇ ਸ਼ੁਰੂ ਹੋ ਜਾਂਦੀ ਆ। ਇਹ ਰੂਲਸ ਦੇ ਬੇਸ 'ਤੇ ਹੀ ਸਾਰਾ ਕੰਮ ਹੋਣਾ। ਪਹਿਲਾ ਰੂਲ ਪਹਿਲਾ ਕੀ ਕਹਿੰਦਾ, ਵੀ ਕੈਨ ਐਡ ਸਬਟਰੈਕਟ ਦਾ ਸੇਮ ਨੰਬਰ ਟੂ ਦੀ ਬੋਥ ਸਾਈਡ ਆਫ ਇਕੁਏਸ਼ਨ। ਕੋਈ ਇਕੁਏਸ਼ਨ ਹੈਗੀ ਲੈਸ ਸੇ ਏ ਲੈਸ ਦੈਨ ਇਕੁਅਲ ਟੂ ਬੀ, ਤੁਸੀਂ ਦੋਨੀ ਸਾਈਡ ਕੋਈ ਸੇਮ ਨੰਬਰ ਪਲੱਸ ਮਾਈਨਸ ਕਰ ਸਕਦੇ ਹੋ, ਪਲੱਸ ਵੀ ਮਾਈਨਸ ਵੀ। ਕਲੀਅਰ। ਬਾਕੀ ਉਹਨੇ ਕਿਹਾ ਕੋਈ ਵੀ ਨੰਬਰ ਟਰਾਂਸਪੋਰਟਡ ਹੁੰਦਾ ਇੱਕ ਸਾਈਡ ਤੋਂ ਦੂਸਰੀ ਸਾਈਡ, ਤਾਂ ਸਾਈਨ ਵੀ ਰਿਵਰਸ ਹੋਣੇ। ਲੈਟ ਸੇ ਮਤਲਬ ਜਿੱਦਾਂ ਤੁਸੀਂ ਬੀ ਪਲੱਸ ਐਕਸ ਇੱਧਰ ਲਿਖਦੇ ਹੋ, ਏ ਪਲੱਸ ਮਾਈਨਸ ਐਕਸ ਇੱਧਰ ਲਿਖਦੇ ਹੋ, ਤਾਂ ਜਿਹੜਾ ਸਾਈਨ ਆ ਵਿੱਚ ਵਾਲਾ ਉਹ ਵੀ ਕੀ ਹੋ ਜਾਏਗਾ ਰਿਵਰਸ ਹੋ ਜਾਏਗਾ, ਚੇਂਜ ਹੋ ਜਾਏਗਾ।
ਵੀ ਕੈਨ ਮਲਟੀਪਲਾਈ ਦਾ ਬੋਥ ਸਾਈਡ ਆਫ ਇਨ ਇਕੁਏਸ਼ਨ ਬਾਈ ਅ ਪੋਜ਼ਿਟਿਵ ਨੰਬਰ। ਤੁਸੀਂ ਕਿਸੇ ਇਨ ਇਕੁਏਸ਼ਨ ਦੇ ਦੋਨੀ ਸਾਈਡ ਸੇਮ ਨੰਬਰ, ਪਰ ਨੰਬਰ ਕਿਹੜਾ ਹੋਣਾ ਚਾਹੀਦਾ, ਪੋਜ਼ਿਟਿਵ ਨੰਬਰ ਨਾਲ ਮਲਟੀਪਲਾਈ ਕਰ ਸਕਦੇ ਹੋ, ਕੋਈ ਫਰਕ ਨਹੀਂ ਪੈਣਾ। ਸਾਈਨ ਆਫ ਇਨਕੁਐਲਿਟੀ ਐਜ਼ ਇਟ ਇਜ਼ ਰਹੇਗਾ। ਦੇਖੋ ਜੇ ਮੇਰੇ ਕੋਲ a ਲੈਸ ਦੈਨ ਇਕੁਅਲ ਟੂ b ਸੀ ਨਾ, ਉਹਨੂੰ ਵੀ ਜੇ ਮੈਂ ਕਿਸੇ ਨੰਬਰ ਨਾਲ ਮਲਟੀਪਲਾਈ ਕਰਦੀ, ਲੈਟਸ ਸੇ 2 ਨਾਲ, ਤਾਂ ਸਾਈਨ ਆਫ ਇਨਕੁਐਲਿਟੀ ਚੇਂਜ ਨਹੀਂ ਹੁੰਦਾ। ਐਗਜ਼ਾਮਪਲ ਲੈ ਲੈਣੇ, 1 ਇਜ਼ ਲੈਸ ਦੈਨ 3, ਪਤਾ ਇਸ ਦੋਨੀ ਸਾਈਡ 2 ਨਾਲ ਮਲਟੀਪਲਾਈ ਕਰ ਦੋ, 2 1 ਦਾ 2, 3 2 ਦਾ 6, ਸਹੀ ਹੈ ਨਾ, 2 ਵੀ ਲੈਸ ਦੈਨ 6 ਸਹੀ ਹੈ। ਫਿਰ ਤਾਂ ਕੋਈ ਵੀ ਨੰਬਰ ਲੈ ਕੇ ਦੇ ਲਓ। ਪਲੱਸ ਮਾਈਨਸ ਦੀ ਸੇਮ ਐਗਜ਼ਾਮਪਲ ਲੈ ਲਿਓ, 1 ਲੈਸ ਦੈਨ ਕਿਹਦੇ ਇਕੁਅਲ ਹੋਏਗਾ 2, ਦੋਨਾਂ 'ਚ ਸੇਮ ਸਾਈਡ 1 1 ਪਲੱਸ ਕਰ ਦਿਓ। ਕੀ ਸਾਈਨ ਆਫ ਇਨਕੁਐਲਿਟੀ ਨੂੰ ਕੁਛ ਫਰਕ ਪਿਆ ਨਹੀਂ, 2 ਲੈਸ ਦੈਨ 3 ਸਹੀ ਆ ਗਿਆ। ਠੀਕ ਹੈ, ਹੁਣ ਅੱਗੇ ਦੇਖਦੇ ਹਾਂ। ਬਟ ਜੇ ਮੈਂ ਕਿਸੇ ਇਕੁਏਸ਼ਨ ਨੂੰ ਨੈਗੇਟਿਵ ਨੰਬਰ ਨਾਲ ਮਲਟੀਪਲਾਈ ਕਰਾਂ, ਫਿਰ ਸਾਈਨ ਰਿਵਰਸ ਹੋ ਜਾਣਗੇ। ਜਿੱਦਾਂ a ਲੈਸ ਦੈਨ b ਹੈਗਾ, ਜੇ ਮੈਂ ਮਾਈਨਸ ਨਾਲ ਮਲਟੀਪਲਾਈ ਕਰ ਦਿੱਤਾ, ਕਿ ਨਾ ਮਲਟੀਪਲਾਈ ਕਰ ਦਿੱਤਾ ਮਾਈਨਸ ਨਾਲ, ਤੇ ਇਹ ਜਿਹੜਾ ਸਾਈਨ ਆ ਇਹ ਨਹੀਂ ਰਹੇਗਾ, ਇਹ ਚੇਂਜ ਹੋ ਕੇ ਕੀ ਬਣ ਜਾਏਗਾ, ਉਲਟਾ ਬਣ ਜਾਏਗਾ। ਜੇ ਲੈਸ ਦੈਨ ਆ ਗ੍ਰੇਟਰ ਦੈਨ ਬਣ ਜਾਏਗਾ। ਐਗਜ਼ਾਮਪਲ ਲੈ ਲਓ, ਜਿੱਦਾਂ ਸਾਡੇ ਕੋਲ ਅਗੇਨ 1 ਲੈਸ ਦੈਨ ਕੀ ਹੈਗਾ ਸਾਡੇ ਕੋਲ 2, ਠੀਕ ਹੈ, ਮੈਂ ਦੋਨੀ ਸਾਈਡ ਮਲਟੀਪਲਾਈ ਕਰ ਦਿੰਦੀ ਹਾਂ -1 ਨਾਲ, ਕੀ ਆ ਜਾਏਗਾ -1 ਲੈਸ ਦੈਨ -2, ਗਲਤ ਹੋ ਗਿਆ, ਨਹੀਂ -1 ਤਾਂ ਗ੍ਰੇਟਰ ਦੈਨ ਹੁੰਦਾ -2 ਤੋਂ, ਠੀਕ ਹੈ ਨਾ, ਨੰਬਰ ਲਾਈਨ ਤੇ ਪਤਾ ਨਾ -1 ਵੱਡਾ ਹੁੰਦਾ -2 ਛੋਟਾ ਹੁੰਦਾ, ਸੋ ਸਾਈਨ ਕੀ ਹੋ ਗਿਆ, ਰਿਵਰਸ ਹੋ ਗਿਆ। ਮਤਲਬ ਜੇ ਇਹਨੂੰ ਕੋਈ ਕ੍ਰੈਮਿੰਗ ਕਰਨ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਸਿੰਪਲ ਐਗਜ਼ਾਮਪਲ ਲੈ ਕੇ ਵੀ ਯਾਦ ਕਰ ਸਕਦੇ ਹੋ। ਨੈਕਸਟ ਰੂਲ ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਵੀ ਪੇਪਰ 'ਚ ਪੁੱਛ ਸਕਦਾ, a/b ਗ੍ਰੇਟਰ ਦੈਨ ਇਕੁਅਲ ਟੂ c/d, ਦੈਨ ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰੋ, ad ਗ੍ਰੇਟਰ ਦੈਨ ਇਕੁਅਲ ਟੂ ਹੋਏਗਾ cd, ਕਦੋਂ, ਜਦੋਂ ਇਹਨਾਂ ਦੋਨਾਂ ਦੇ ਸਾਈਨ ਕੀ ਹੋਣਗੇ, b ਤੇ d ਦੇ ਸੇਮ ਹੋਣਗੇ। ਬਟ ਇਨ ਕੇਸ b ਤੇ d ਦੇ ਸਾਈਨ ਓਪੋਜ਼ਿਟ ਹੈਗੇ ਨੇ, ਫਿਰ ਇਹੀ ਸਾਈਨ ਕੀ ਹੋ ਜਾਏਗਾ, ਚੇਂਜ ਹੋ ਜਾਏਗਾ। ਠੀਕ ਹੈ, ਨੈਗੇਟਿਵ ਹੋਣ ਦੇ ਕਾਰਨ। ਜਿਹਦੇ ਵਿੱਚ ਵੀ ਕੈਨ ਮਲਟੀਪਲਾਈ ਦਾ ਬੋਥ ਸਾਈਡ, bd ਨਾਲ ਦੋਨਾਂ ਨੂੰ ਪਾਸੇ ਗੁਣਾ ਕਰੋ, ਉਹੀ ਜੇ bd ਨਾਲ ਗੁਣਾ ਕੀਤੀ, b ਨਾਲ b ਕੈਂਸਲ, ਉਹੀ ਬਣ ਗਿਆ ad ਗ੍ਰੇਟਰ ਦੈਨ ਇਕੁਅਲ ਟੂ cd। ਇਹਦੀ ਨੈਗੇਟਿਵ 'ਚ ਲੈ ਕੇ ਦੇਖ ਲੈਣਾ। ਇਹ ਬਹੁਤ ਇੰਪੋਰਟੈਂਟ ਹੈ। ਰੂਲ ਨੰਬਰ 4 ਇਜ਼ ਦਾ ਮੋਸਟ ਇੰਪੋਰਟੈਂਟ, ਇਹਦੇ ਬੇਸ ਕੁਐਸਚਨ ਜ਼ਿਆਦਾ ਪੇਪਰ 'ਚ ਪੁੱਛੇ ਜਾਂਦੇ। ਦੇਖੋ ਉਹ ਬੋਲਦਾ ਕਿ ਜਿੱਦਾਂ ਕਿਸੇ ਇਸ ਇਕੁਏਸ਼ਨ ਦਾ ਨਾ ਸਕੁਅਰ ਰੂਟ ਲੈ ਲੈਣੇ, ਉੱਦਾਂ ਇਨ ਇਕੁਏਸ਼ਨ ਦਾ ਨਹੀਂ ਲੈ ਸਕਦਾ। ਵੀ ਕੈਨ ਨੋਟ ਟੇਕ ਦਾ ਸਕੁਅਰ ਰੂਟ ਆਫ ਇਨ ਇਕੁਏਸ਼ਨ ਇਨ ਦਾ ਸੇਮ ਵੇ ਵੀ ਟੇਕ ਦਾ ਸਕੁਅਰ ਰੂਟ ਆਫ ਇਕੁਏਸ਼ਨ। ਜਿੱਦਾਂ ਕੋਈ ਇਕੁਏਸ਼ਨ ਹੁੰਦੀ ਤੁਹਾਨੂੰ ਦਿੱਤੀ x² ਇਕੁਅਲ ਟੂ 9, ਤਾਂ ਤੁਸੀਂ ਸਕੁਅਰ ਰੂਟ ਲੈ ਲੈਂਦੇ ਹੋ, ਕੀ ਆ ਜਾਂਦਾ x ਇਕੁਅਲ ਟੂ +-3। ਬਟ ਇੱਦਾਂ ਮੈਨੂੰ ਕੋਈ ਇਕੁਏਸ਼ਨ ਦਿੱਤੀ ਹੋਵੇ x² ਲੈਸ ਦੈਨ 9, ਤਾਂ ਉਹਨੂੰ ਮੈਂ ਇੱਦਾਂ ਨਹੀਂ ਲਿਖ ਸਕਦੀ, ਇਹਦਾ ਗਲਤ ਹੋ ਜਾਣਾ। ਠੀਕ ਹੈ, ਇਨ ਇਕੁਏਸ਼ਨ 'ਚ ਇੱਦਾਂ ਨਹੀਂ ਹੁੰਦਾ। ਫਿਰ ਇਨ ਇਕੁਏਸ਼ਨ ਨੂੰ ਕਿੱਦਾਂ ਸੋਲਵ ਕਰਾਂਗੇ, ਇਨ ਇਕੁਏਸ਼ਨ ਪਤਾ ਨਾ, ਜਿਸ 'ਚ ਸਾਈਨ ਆਫ ਇਨਇਕੁਐਲਿਟੀ ਹੋਵੇ, ਦਾ x² ਲੈਸ ਦੈਨ ਇਕੁਅਲ ਟੂ a² ਲੈ ਲਿਆ ਮੈਂ। ਠੀਕ ਹੈ, ਹੁਣ ਇਹਦੇ ਵਿੱਚ ਸਾਨੂੰ ਪਤਾ ਸਕੁਅਰ ਰੂਟ ਤਾਂ ਆਪਾਂ ਲੈ ਨਹੀਂ ਸਕਦੇ, ਫਿਰ ਆਪਾਂ ਕੀ ਕਰਦੇ ਹਾਂ, ਇੱਕ ਵਾਰੀ ਇਹਨੂੰ ਜਦੋਂ ਲੈਸ ਦੈਨ ਵਾਲਾ ਇਹਨੂੰ ਲਿਖਣ ਦਾ ਕੀ ਢੰਗ ਆ, ਇਹ ਵਾਲਾ ਜਿਹੜਾ x² ਲੈਸ ਦੈਨ a ਆ, ਇਹਨੂੰ ਲਿਖਣ ਦਾ ਢੰਗ ਆ -a ਲੈਸ ਦੈਨ ਇਕੁਅਲ ਟੂ x ਲੈਸ ਦੈਨ ਇਕੁਅਲ ਟੂ a। ਠੀਕ ਆ, ਨੈਕਸਟ ਦੇਖੋ, ਨੈਕਸਟ ਇਹਦੇ ਵਿੱਚ ਹੈਗਾ ਕਿ ਜੇ x² ਗ੍ਰੇਟਰ ਦੈਨ ਇਕੁਅਲ ਟੂ ਹੋਵੇ a², ਫਿਰ ਆਪਾਂ ਇਹਨੂੰ ਲਿਖਣਾ ਦੋ ਤਰ੍ਹਾਂ ਲਿਖਣਾ, ਇੱਕ x ਲੈਸ ਦੈਨ ਇਕੁਅਲ ਟੂ -a, ਮਾਈਨਸ ਆਣਾ ਇੱਥੇ, x ਗ੍ਰੇਟਰ ਦੈਨ ਇਕੁਅਲ ਟੂ a। ਠੀਕ ਹੈ ਜੀ, ਦੋ ਕੰਡੀਸ਼ਨ ਪੜ੍ਹੀਆਂ ਕਿ ਜੇ ਤਾਂ ਸਾਨੂੰ x² ਲੈਸ ਦੈਨ ਇਕੁਅਲ ਟੂ a² ਦਿੱਤਾ, ਫਿਰ ਤਾਂ ਸਿੰਪਲ ਆ, ਫਿਰ ਤੁਹਾਨੂੰ ਆਪਾਂ ਕਿੱਦਾਂ ਲਿਖਣਾ, -a ਲੈਸ ਦੈਨ ਇਕੁਅਲ ਟੂ x ਲੈਸ ਦੈਨ ਇਕੁਅਲ ਟੂ a, ਸਿੰਪਲ। ਬਟ ਜੇ ਸਾਨੂੰ ਗ੍ਰੇਟਰ ਦੈਨ ਦਿੱਤਾ, ਫਿਰ ਸਾਡੇ ਕੋਲ ਦੋ ਇਕੁਏਸ਼ਨ ਬਣੇਗੀ, ਇੱਕ ਬਣੇਗੀ x ਲੈਸ ਦੈਨ ਇਕੁਅਲ ਟੂ -a, ਇੱਕ x ਗ੍ਰੇਟਰ ਦੈਨ ਇਕੁਅਲ ਟੂ a। ਇਹ ਦੋਨੇ ਯਾਦ ਰੱਖਣੇ, ਮੋਸਟ ਇੰਪੋਰਟੈਂਟ ਪ੍ਰੋਪਰਟੀਜ਼ ਹੈਗੀਆਂ। ਨੈਕਸਟ ਦੇਖੋ ਜੀ, ਲੀਨੀਅਰ ਇਕੁਏਸ਼ਨ ਕੀ ਹੁੰਦੀ ਆ। ਐਨ ਇਕੁਏਸ਼ਨ ਇਜ਼ ਸੈਡ ਟੂ ਬੀ ਲੀਨੀਅਰ। ਹੁਣ ਅਸੀਂ ਕਿਸੇ ਇੱਕ ਇਕੁਏਸ਼ਨ ਨੂੰ ਲੀਨੀਅਰ ਕਦੋਂ ਕਹਿੰਦੇ ਆ, ਜੇ ਈਚ ਟਰਮ ਆਫ ਐਲਜਬਰਿਕ ਐਕਸਪ੍ਰੈਸ਼ਨ, ਹਰ ਟਰਮ ਐਕਸਪ੍ਰੈਸ਼ਨ ਦੀ, ਉਸ ਐਲਜਬਰਿਕ ਐਕਸਪ੍ਰੈਸ਼ਨ ਦੀ, ਉਸ ਆਫ ਇੱਕ ਇਨ ਇਕੁਏਸ਼ਨ ਕਾਂਸਟੈਂਟ ਵੇਰੀਏਬਲ, ਇੱਕ ਕਾਂਸਟੈਂਟ ਵੇਰੀਏਬਲ ਹੋਵੇ, ਉਹ ਫਸਟ ਡਿਗਰੀ, ਕਿਹੜੀ ਗੱਲ ਕੀਤੀ ਉਹਨੇ, ਫਸਟ ਡਿਗਰੀ, ਐਂਡ ਡਜ਼ ਨਾਟ ਕੰਟੇਨ ਦਾ ਟਰਮ, ਕੋਈ ਇੱਦਾਂ ਹੀ ਟਰਮ ਨਹੀਂ ਹੋਣੀ ਚਾਹੀਦੀ ਵਿਚ ਇਨਵੋਲਵਿੰਗ ਦਾ ਪ੍ਰੋਡਕਟ ਆਫ ਵੇਰੀਏਬਲ, ਵੇਰੀਏਬਲਸ ਦਾ ਆਪਸ 'ਚ ਪ੍ਰੋਡਕਟ ਨਹੀਂ ਹੋਣਾ ਚਾਹੀਦਾ। ਜਿੱਦਾਂ ਦੇਖੋ ਸਿੰਪਲ ax + b ਇੱਕੋ ਵੇਰੀਏਬਲ ਹੈ, ਇਨ ਦਾ ਫਸਟ ਆਰਡਰ, ਤੇ ਕਿਤੇ ਵੀ ਵੇਰੀਏਬਲਸ ਦਾ ਪ੍ਰੋਡਕਟ ਹੈ ਨਹੀਂ। ਇਹਦੀ ਟੂ ਵੇਰੀਏਬਲ ਦੇ ਵਿੱਚ ਦੇਖ ਲਓ, ਇਨ ਇਕੁਏਸ਼ਨ 2 ਵੇਰੀਏਬਲ x ਤੇ y 2 ਵੇਰੀਏਬਲ, ਸਾਰੇ ਫਸਟ ਡਿਗਰੀ 'ਚ ਹੈਗੇ ਨੇ। ਠੀਕ ਹੈ, ਐਂਡ ਕੋਈ ਵੀ ਪ੍ਰੋਡਕਟ ਨਹੀਂ ਹੈਗਾ, x y ਕਿਤੇ ਪ੍ਰੋਡਕਟ 'ਚ ਨਹੀਂ ਹੈਗੇ ਨੇ, ਸੋ ਇਹਨੂੰ ਬੋਲਦੇ ਲੀਨੀਅਰ ਇਕੁਏਸ਼ਨ, ਇਨ ਇਕੁਏਸ਼ਨ। ਸੋਲਿਊਸ਼ਨ, ਇਹ ਸੋਲਿਊਸ਼ਨ ਪੜ੍ਹਨ ਨਾਲੋਂ ਚੰਗਾ ਮੈਂ ਤੁਹਾਨੂੰ ਕਰਵਾਈ ਦੇਣਾ, ਤੁਹਾਨੂੰ ਸਾਰੇ ਸਮਝ ਹੀ ਆ ਜਾਣੇ ਆ। ਠੀਕ ਹੈ, ਇਹ ਦੇਖੋ ਹੁਣ ਆ ਜਾਓ ਕੁਐਸਚਨਸ ਤੇ। ਹੁਣ ਕਿੰਨੇ ਸਾਰੇ ਆਪਾਂ ਕੁਐਸਚਨ ਸੋਲਵ ਕਰਾਂਗੇ ਕਿ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਇਸ ਵੀਡੀਓ ਦੇ ਵਿੱਚ ਹੀ। ਤੁਹਾਨੂੰ ਐਂਡ ਤੱਕ ਜਦੋਂ ਵੀਡੀਓ ਕੰਪਲੀਟ ਹੋਣੀ ਆ, ਤੁਹਾਨੂੰ ਇੱਕਦਮ ਸੋਲਵ ਕਰਨਾ ਆ ਜਾਏਗਾ ਸਾਰਾ। ਠੀਕ ਹੈ, ਇੰਨੇ ਸਾਰੇ ਕੁਐਸਚਨ ਆਪਾਂ ਪ੍ਰੈਕਟਿਸ ਕਰਾਂਗੇ। ਸੋਲਵ ਦਾ ਫੋਲੋਇੰਗ ਇਨ ਇਕੁਏਸ਼ਨ ਫॉर ਅ ਰੀਅਲ x। ਓਕੇ, x ਦੀਆਂ ਵੈਲਿਊਜ਼ ਫਾਈਂਡ ਆਊਟ ਕਰਨੀਆਂ, ਅਸੀਂ x ਦੀ ਇੱਕ ਵੈਲਿਊ ਫਾਈਂਡ ਆਊਟ ਕਰਨੀ। ਦੇਖੋ ਤੁਸੀਂ ਕਰਨਾ ਇਹਨੂੰ ਸਿੰਪਲ, ਕੀ ਕਰਨਾ ਇਹਨੂੰ ਸਿੰਪਲ। ਓਕੇ, ਇੱਕ ਤੇ ਮੈਂ ਤੁਹਾਨੂੰ ਜਦੋਂ ਆਪਾਂ ਗੱਲ ਕਰਦੇ ਇੱਕ ਰੂਲ ਦੇ ਵਿੱਚ ਹੈ ਕਿ ਲੈਫਟ ਹੈਂਡ ਸਾਈਡ ਆਪਾਂ ਵੇਰੀਏਬਲ ਲੈ ਕੇ ਜਾਣੇ ਆ, ਰਾਈਟ ਹੈਂਡ ਸਾਈਡ ਕੌਨਸਟੈਂਟਸ ਲੈ ਕੇ ਜਾਣੇ। ਸਭ ਤੋਂ ਪਹਿਲਾਂ ਆਪਣਾ ਕੰਮ ਇਹ ਹੁੰਦਾ। ਠੀਕ ਹੈ, ਚਲੋ ਦੇਖਦੇ ਹਾਂ ਫਿਰ।
सो सब तो पहला तो आपां की कीता, इनू सैट किया किद्दां कीता देखो, ये साडे कोल पहले इनू लिख लिए x माइनस इत्थे 30 आ जाएगा अपॉन 6 है ना। फिर आपां दोनों साइड क्रॉस मल्टीप्लाई कर लांगे, देखो इदां करना इदां कर लो, ये मैं तुहानूं होर भी सिंपल तरीका दसदी हां। तुसीं इधर क्रॉस मल्टीप्लाई तो कर सकते हो ना, सेम साइन इधर 6 का हो जाएगा 5 नाल, ठीक है। या इदां कर लो, या किसी कॉन्सटेंट नंबर नाल मल्टीप्लाई करनी है मल्टीप्लाई कर लो, जिद्दां हुण इन्हां ने किद्दां कीता होया, इन्हां ने 5 माइनस 2x अपॉन 3 हैगा साडे कोल, लैस दैन इक्वल टू इनू x माइनस 30 अपॉन उन्होंने की लिख लिया 6, क्योंकि 6 5 का 30 हो जाएगा। उस तो बाद सानू पता एक खत्म किया जा सकता एक नू, किनू खत्म किया जा सकता इनू 3 नू, जे मैनू भी 3 ना मल्टीप्लाई कर देवां, इधर भी 3 ना मल्टीप्लाई कर देवां, इत्थे आ जाएगा 2, इत्थे तक खत्म ही हो जाएगा, ठीक है। असीं किसी तरह जो डिनोमीनेटर उहदे विच चीज़ नू खत्म करना, ठीक है। सो इत्थे तक खत्म ही हो गया, सिर्फ ये बच गया इधरों 2 है, 2 इधर क्रॉस गुणा हो जाएगा, ठीक है ना। सो इस करके इधर 2 क्रॉस मल्टीप्लाई हो गया 2 5 द 10 माइनस 4x लैस दैन इक्वल टू x माइनस 30। वेरिएबल एक साइड ला जाओ, माइनस 4x हैगा, ये x इधर आके माइनस द x हो जाएगा, माइनस 30 है 10 उधर जाके माइनस दे 10 हो गए, दोनों इधर मल्टीप्लाई किया माइनस 5x आ गया, इधर कितना आ गया माइनस 40, दोनों पासे डिवाइड कितना कर दो माइनस 5 नाल। जो तुसी माइनस नाल डिवाइड करोगे साइन ऑफ इनक्वालिटी चेंज हो जाएंगे, बस यही चीज़ा ना जिहड़ियां गलत कर दे के जाने। तो 5x की आ लैस दैन इक्वल टू माइनस 40 है, हुण तुसी इनू खत्म कर ले, तुहानूं पता है ये 5 ना कट्टे जाएंगे, तुसी इधर भी माइनस 5 ना डिवाइड कर दो, इधर भी माइनस 5 नाल डिवाइड कर दो। जो भी माइनस ना तुसी डिवाइड मल्टीप्लाई करना है, माइनस ना माइनस तो कैंसिल होगी, x इत्थे भी 8 आ गया, बट x इत्थे हुण की आएगा ग्रेटर दैन इक्वल टू 8, ना कि लैस दैन इक्वल टू 8। हुण इनू इदां किद्दां लिखना देखो, ग्रेटर दैन, एक ध्यान नाल समझो, ग्रेटर दैन इक्वल टू 8, इक्वल टू यानी x 8 के बराबर भी है, लेट्स से दिस इज़ द नंबर लाइन, इत्थे 8 हैगा, x बोल रहा ग्रेटर दैन इक्वल टू 8, 8 तो ग्रेटर दैन कित्थे तक जा सकदा, इनफिनिटी तक, ग्रेटर दैन x 8 तो वड्डा कह रहा, 8 तो वड्डा, 8 तो वड्डा कित्थे तक जा सकदा पता ही नहीं सानूं, इनफिनिटी तक है ना। बट इक्वल टू भी क्या यानी 8 के बराबर भी आ ते उस तो वड्डा, यानी कि आ गया क्लोज इंटरवल 8 ते इनफिनिटी का पता नहीं कित्थे खत्म होनी है। सो ये बन गया। डोंट वरी, इदां दे बहुत सारे सम प्रैक्टिस करने पता चल जाएगा नंबर लाइन ते, मैं तुहानूं समझा देनी किद्दां आने। नैक्सट सेम सॉल्व करना, ये 2 है इधर भी मल्टीप्लाई कर दो, इधर भी मल्टीप्लाई, या कर दो पूरी इक्वेशन आप 2 ना मल्टीप्लाई कर दिता, ठीक है। हुण पॉजिटिव नंबर ना मल्टीप्लाई करने तो नहीं साइन ऑफ इनक्वालिटी चेंज होना, सो हजे तक तो साइन ऑफ इनक्वालिटी चेंज नहीं होएगा। सो दोनों पासे असी मल्टीप्लाई कर दिता, ओके। हुण आपां ना जो सेंटर च वेरीएबल दे नाल कुछ आ, आपां इनू खत्म करना हुंदा, सिंपल एक्स लैके आउणा हुंदा। उहदे लई देखो, जे मैं सारे पासे 12 12 माइनस 11 11 माइनस कर देवां तो मेरे को इत्थे 11 खत्म हो जाएगा। मेन काम मेरा हुंदा इनू खत्म करना, विचों इनू एक सिंपल बनाना। देखो जो भी दो साइन ऑफ इनक्वालिटी है तो सेंटर च एक्स आ ना, तुसीं उहनूं कल्ला करना, बाकी चीज़ां खत्म करी जानियां, मल्टीप्लाई करो, डिवाइड करो, प्लस करो, माइनस करो, खत्म करना तुसी बस बाकी चीज़ों नालों। 11 नूं पहला खत्म करने माइनस कर दिता, फिर सारे ऑपरेट करना कर दिता। हुण तुहानूं पता इत्थे मैं 3 खत्म करना, सारे 3 ना की कर दो डिवाइड कर दो, पॉजिटिव नंबर ना डिवाइड करांगे कोई साइन ऑफ इनक्वालिटी चेंज नहीं होएगा। सो ने देखो इत्थों एक्स की है ग्रेटर दैन इक्वल टू 1 लैस दैन इक्वल टू 11/3, यानी कि ये कोई नंबर लाइन है, लेट्स से दिस इज़ द 0, इत्थे दोबारा बनानी है, ये नंबर लाइन है, इत्थे हैगा साडे कोल 0, इत्थे हैगा 1, इत्थे मान लो हैगा 11/3, ठीक है। हुण एक्स कह रहे ग्रेटर दैन इक्वल टू, यानी 1 दे इक्वल भी आ तो तो ग्रेटर दैन भी कित्थे तक जाएगा, इधर तक, काफ़ी अगे तक जाएगा पता ही नहीं। 11/3 दे इक्वल टू भी आ तो लैस दैन भी, कॉमन रीजन किहड़ा आ गया, ही आ गया विच वाला, यानी कि आ वाले रीजन, यानी 1 तो 11/3 दे विच ते प्लस इनकलूडिड भी होणगे, जो भी इक्वल टू दा साइन आ उहदे इनकलूडिड भी होणगे। तुहानूं हुण करवाया भी सी ना, ये क्लोज इंटरवल किद्दां हुंदे आ कि ए लैस दैन इक्वल टू एक्स लैस दैन इक्वल टू बी, तैनूं किद्दां लिखदे ए बी, ठीक है। कि इदा करना इदा कर लो, या मैनूं इदा वधिया लगता कि जिद्दां हुणे 1 आ, ठीक है, 1 तो वड्डा कित्थे तक जाएगा पता नहीं, 11/3 तो छोटा कह रहा पता नहीं कित्थे तक, एक कॉमन रीजन आ गया, प्लस इक्वल टू साइन होने करके इनकलूडिड भी है, ठीक है। नैक्सट सॉल्व द ग्राफ 7x + 3 5x + 9, वही होने जो वेरीएबल एक साइड ला जाओ लैफ्ट हैंड साइड, ये दूसरी साइड 2x लैस दैन किया गया 6, x किया गया लैस दैन 3। हुण देखो x कह रहा वो 3 तो छोटा कित्थे तक जा सकता, इधर कित्थे तक छोटा, कित्थे तक जा सकता माइनस इनफिनिटी तक, ठीक है। तो उल्टा ये भी नहीं कह रहा, इक्वल टू नहीं कह रहा, यानी 3 तो छोटा, यानी 3 इंक्लूडेड नहीं होना, इस करके क्या है ओपन इंटरवल। जे ही साइन इदा होंदा ना इक्वल टू दा, फिर इत्थे क्लोज इंटरवल आ जाना सी, जे इक्वल टू दा साइन नहीं है मतलब ओपन इंटरवल। 3 तो छोटे कित्थे तक जा सकते माइनस इनफिनिटी तक, तो इनफिनिटी तो आप क्लोज कर ही नहीं सकते, वो तो रहनी बंद ओपन आ। नैक्सट है जी सॉल्व करन, 3x - 6 लैस दैन की है 0, सो इधर भी +6 कर दो, इधर भी कर दो +6, सो 3x लैस दैन 6, दोनों साइड डिवाइड कितना कर दो 2 नाल कर दो, इधर भी 2 नाल डिवाइड कर दो,
दूसरी साइड भी 2 ने सॉरी 3 ने डिवाइड करना तुसीं इत्थे गलत लिखा होया डिवाइड बाय 2 नहीं है डिवाइड बाय 3 है जो 3x ਨੂੰ डिवाइड बाय 3 करोगे इधर भी 6 ਨੂੰ डिवाइड बाय 3 करोगे तो x लेस देन क्या आएगा 2 आएगा सो 2 तो छोटा कितने तक जा सकता -∞ तक सो आ गया -∞ तो 2 ਇਹਦੀ ਨੈਕਸਟ ਵਾਲਾ ਸੋਲਵ ਕੀਤਾ -3x + 9 ਲੈਸ ਦੈਨ 0 ਸਭ ਤੋਂ ਪਹਿਲਾਂ ਉਹਨੇ ਕੀ ਕੀਤਾ -3x ਲੈਸ ਦੈਨ ਇਕੁਅਲ ਟੂ 9 ਚੱਕ ਉਧਰ ਲੈ ਗਿਆ ਮਾਈਨਸ ਦੇ 9 ਹੋ ਗਏ ठीक है या तुसीं ये भी कह सकते दोनों साइड आपां 9 की कर दिते माइनस कर दिते प्लस या माइनस कराना तो नहीं साइन ऑफ इनक्वालिटी में फर्क पैंदा हुण दोनों साइड के डिवाइड करना पैना -3 ना फिर साइन ऑफ इनक्वालिटी की हो जानी चेंज है ना बस इत्थे की गलती कर दिया बस आई साइन ऑफ इनक्वालिटी क्यों मैनू पता इत्थे कॉमन 3 है दोनों बट माइनस भी है ठीक है जो भी माइनस होएगी ना इदा हुण -3x लैस दैन इक्वल टू सी -9 दोनों साइड में -3 ना मल्टीप्लाई किया ठीक है आ साइन ऑफ इनक्वालिटी चेंज हो जाना ग्रेटर दैन इक्वल की जगह ग्रेटर दैन इक्वल टू हो जाना ठीक है सो सॉल्व करके गया x ग्रेटर दैन इक्वल टू 3 यानी x कहते इक्वल टू 3 भी है ग्रेटर दैन कितने तक जा सकता इनफिनिटी तक इक्वल टू आन करके इतने क्लोज इंटरवल हो गया ठीक है जी ये वाला सम सॉल्व किया तो खुद कर लूँगे तुसी सारी मैं सारे दी पिक्स ली हैं ताकि तुसी सारे ही कर सको सिंपल है ताड़ी प्रैक्टिस लिए सॉल्व द फॉलोइंग इक्वेशन 5x - 1 ग्रेटर दैन 3x + 7 सो सब तो पहला आपां की करना है इन्हों वेरीएबल्स एक पासे दूसरे एक पासे -1 खत्म करना इधर की कर दिए +1 इधर भी कर दो +1 ये बन गया 5x ग्रेटर दैन इक्वल टू 3x + 8 फिर वेरीएबल एक साइड लैफ्ट हैंड साइड दूसरे जोड़े आ दूसरी साइड ठीक है ये नहीं की किया ऐड कर दिता दोनों साइड 3x + 8 दोनों साइड माइनस की कर दिता 3x ताकि इधर वेरीएबल खत्म किया जाए जो एको ही गल है तुसीं इहनूं चक के इधर भी लैके जा सकते हो 5x - 3x तां भी क्या आ जाएगा ग्रेटर दैन 8 5x - 3x कितना होंदा 2x ग्रेटर दैन की आ गया 8 दोनों साइड कितना डिवाइड करा मैं 2 नाल सो इत्थे एक ही आ जाएगा x ग्रेटर दैन इक्वल टू 4 सॉरी इक्वल टू नहीं है कला ग्रेटर दैन है फिर 4 तो वड्डे कितने तक जा सकते इनफिनिटी तक तो आ गया 4 तो इनफिनिटी नैक्सट सॉल्व द फॉलोइंग क्वेश्चन अगेन ਹੁਣ देखो ये ਤੁਹਾਨੂੰ ਦਿੱਤਾ ਹੋਇਆ ਤੁਸੀਂ क्रॉस मल्टीप्लाई भी तो कर सकते हो कि नहीं कर सकते जो बहुत सेम साइन है कितना ही ना a/b ग्रेटर दैन इक्वल टू c/d ਉਹਨੂੰ ad ग्रेटर दैन इक्वल टू bc लिख सकते कदों दो नीचे वाले साइन दोनों की है सेम साइन है दोनों के तो इन्हें इदा कर लो वेरीएबल एक साइड कॉन्सटेंट एक साइड 34 ग्रेटर दैन इक्वल टू 68 दोनों पासे डिवाइड कर दो 34 नाल या 34 × 2 ये बन देना x ग्रेटर दैन इक्वल टू है 2 हुण 2 तो वड्डा कितने तक जा सकता है ग्रेटर दैन x कह रहा है 2 तो ग्रेटर दैन है कितने तक जा सकता है इनफिनिटी तक इक्वल टू होने करके इतने क्लोज इंटरवल आ गया यदि इक्वेशन दी है x/4 लैस दैन 5x - 2/3 - 7x - 3/5 देखो x/4 लैस दैन है 5 × 5x - 2 सॉरी 5 माइनस इतने एलसीएम लै लिया आप एलसीएम लैके इन्हूं सॉल्व कर लिया एलसीएम लै लेंदे हो ना इन्हूं पूरे सॉल्व करके साडी इक्वेशन बन गई क्रॉस मल्टीप्लाई कर सकते कि नहीं क्योंकि नीचे साइन दोनों के की है सेम असी मल्टीप्लाई किया साडे कोल ए इक्वेशन बन गई वेरीएबल एक साइड कॉन्सटेंट एक साइड तो आ गया इत्थे देखो -x आया साडे कोल की आया -x लैस दैन -4 हुण माइनस ना दोनों पासे मल्टीप्लाई कर देवां माइनस ना मल्टीप्लाई करने दे साइन ऑफ इनक्वालिटी की हो जाना चेंज सो x आ गया ग्रेटर दैन 4 बस यही होंदा है माइनस है ना माइनस ना मल्टीप्लाई कर दो प्लस बनाने वास्ते साइन ऑफ इनक्वालिटी की हो जाएंगे चेंज मल्टीप्लाई बोथ साइड बाय -1 माइनस ना मल्टीप्लाई करोगे तो माइनस ना डिवाइड करोगे तो साइन ऑफ इनक्वालिटी चेंज हो जाएंगे जिन्नी बारी मैं रिपीट कर दी उन्नी बारी सुनो तुहाडे दिमाग 'च बैठ जाएगा ठीक है जी सो होएगा 4 तो इनफिनिटी ये सॉल्व करनी है अगेन इक्वेशन x - 3/x - 5 ग्रेटर दैन 0 ओके x - 3/x - 5 ग्रेटर दैन इक्वल टू 0 ये पहला क्या सी मान लिया पॉजिटिव आ सिंस एक पॉजिटिव आ तुसीं लैके भी देख सकते कोई भी नंबर लैके देख लो ठीक है पहला असीं मानते हैं ठीक है ये पॉजिटिव x - 3 ग्रेटर दैन 0 हो सकता फिर ये भी हो सकता x - 3 ग्रेटर दैन 0 x - 5 ग्रेटर दैन 0 ये हो सकता ये भी लैस दैन 0 ये भी क्यों सकता लैस दैन 0 पॉजिटिव के केस चले आप या आइदर x ग्रेटर दैन 3 हुण देखो यानी कि जे x - 3 ग्रेटर दैन 0 लिया यानी x ग्रेटर दैन 3 इत्थों आ सकता x ग्रेटर दैन 5 इत्थों की बन सकता x लैस दैन 3 तो x लैस दैन 5 कंडीशंस बन गई अलग अलग आइदर x ग्रेटर दैन 5 और x ग्रेटर दैन लैस दैन 3 हुण इक्को गल हो सकती तुसीं आप सोचो या तो x 5 तो वड्डा हो सकता या x 3 तो छोटा हो सकता ठीक है ना
ਜਾਂ ਤਾਂ x5 ਤੋਂ ਇਦਾਂ ਹੋ ਸਕਦਾ ਮੈਂ ਕਹਾਂ ਮੈਨੂੰ ਇਦਾਂ ਨੰਬਰ ਦੱਸੋ ਜਿਹੜਾ 3 ਤੋਂ ਛੋਟਾ ਹੋਵੇ ਪਰ 5 ਤੋਂ ਵੱਡਾ ਹੋਵੇ। ਕੋਈ ਹੈ ਇਦਾਂ ਦਾ ਨੰਬਰ 3 ਤੋਂ ਛੋਟਾ 5 ਤੋਂ ਵੱਡਾ 3 ਤੋਂ ਲੈਸ ਦੈਨ ਹੋਵੇ 5 ਤੋਂ ਗ੍ਰੇਟਰ ਦੈਨ ਨਹੀਂ ਨਾ। ਸੋ ਇੱਕ ਕੰਡੀਸ਼ਨ ਹੀ ਹੋਲਡ ਕਰ ਸਕਦੀ ਹੈ, ਯਾਨੀ ਆਈਦਰ ਇਹ ਕੰਡੀਸ਼ਨ ਹੋਲਡ ਕਰ ਸਕਦੀ ਹੈ ਯਾਨੀ x ਗ੍ਰੇਟਰ ਦੈਨ 5 ਮਤਲਬ 5 ਤੋਂ ਇਨਫਿਨਿਟੀ ਤੱਕ ਜਾਣਾ, ਜਾਂ ਲੈਸ ਦੈਨ 3 ਮਤਲਬ ਮਾਈਨਸ ਇਨਫਿਨਿਟੀ ਤੋਂ 3। ਸੋ ਜੋ ਇੱਦਾਂ ਦੋ ਆਈਦਰ ਕੰਡੀਸ਼ਨ ਬਣਦੀ ਉਹਨੂੰ ਆਪਾਂ ਯੂਨੀਅਨ 'ਚ ਲਿਖਦੇ ਹਾਂ। ਉਹਨਾਂ ਦੋਨਾਂ ਦੀ ਕੀ ਬਣਾਈ ਦੀ ਯੂਨੀਅਨ। ਸੋ ਇਹਦਾ ਕੀ ਆ ਜਾਏਗਾ ਮਾਈਨਸ ਇਨਫਿਨਿਟੀ ਤੋਂ 3 ਯੂਨੀਅਨ 5 ਤੋਂ ਇਨਫਿਨਿਟੀ। ਕਲੀਅਰ? ਇੱਦਾਂ ਅਸੀਂ ਇਹਨੂੰ ਇੱਦਾਂ ਦੀ ਇਕੁਏਸ਼ਨ ਨੂੰ ਸੋਲਵ ਕਰਦੇ ਹਾਂ। ਹੁਣ ਇਹਨੇ ਕਿਹਾ ਸੀ ਗ੍ਰੇਟਰ ਦੈਨ 0 ਆਪਾਂ ਪੋਜ਼ਿਟਿਵ ਮੰਨ ਲਿਆ। ਹੁਣ ਪੋਜ਼ਿਟਿਵ ਪਤਾ ਹੀ ਹੈ ਗ੍ਰੇਟਰ ਦੈਨ 0, ਉਹਨੇ ਬੋਲ ਦਿੱਤਾ x ਮਾਈਨਸ 3 ਅਪੋਨ x ਮਾਈਨਸ 5 ਕੀ ਆਏਗਾ ਗ੍ਰੇਟਰ ਦੈਨ 0। ਹੁਣ ਤੁਸੀਂ ਆਪ ਸੋਚੋ ਗ੍ਰੇਟਰ ਦੈਨ 0 ਮਤਲਬ ਪੋਜ਼ਿਟਿਵ। ਪੋਜ਼ਿਟਿਵ ਵਾਲੀ ਕੀ ਕੰਡੀਸ਼ਨ ਹੈ, ਦੋਨੋਂ ਉੱਪਰ ਥੱਲੇ ਦੋਨੇ ਸਾਈਨ ਕੀ ਹੋਣ ਸੇਮ, ਜਾਂ ਤਾਂ ਦੋਨੇ ਗ੍ਰੇਟਰ ਦੈਨ 0 ਹੋਣ ਔਰ ਦੋਨੇ ਲੈਸ ਦੈਨ 0 ਹੋਣ, ਯਾਨੀ ਦੋਨਾਂ ਸਾਈਨ ਮੂਹਰੇ ਨੈਗੇਟਿਵ ਹੋਵੇ ਤਾਂ ਵੀ ਆਂਸਰ ਗ੍ਰੇਟਰ ਦੈਨ 0 ਆਏਗਾ, ਦੋਨਾਂ ਦਾ ਸਾਈਨ ਪੋਜ਼ਿਟਿਵ ਆਵੇ ਸੋਲਵ ਕਰਕੇ ਤਾਂ ਵੀ 0 ਆਏਗਾ। ਸੋ ਤਾਂ ਇੱਥੇ ਦੋ ਕੰਡੀਸ਼ਨ ਬਣੀਆਂ ਕਿ ਆਈਦਰ ਇਹ ਗ੍ਰੇਟਰ ਦੈਨ 0 ਹੋ ਸਕਦੇ ਦੋਨੇ ਜਾਂ ਫਿਰ ਲੈਸ ਦੈਨ 0। ਇਹਦੇ ਅਕੋਰਡਿੰਗ ਇੱਕ ਸੈੱਟ ਬਣ ਗਿਆ, ਇਹਦੇ ਅਕੋਰਡਿੰਗ ਇੱਕ ਸੈੱਟ ਬਣ ਗਿਆ, ਦੋਨੋਂ ਨੂੰ ਆਪਾਂ ਕੀ ਲਿਖਤਾ ਯੂਨੀਅਨ 'ਚ। ਕਲੀਅਰ ਜੀ, ਸਮਝ ਆ ਗਿਆ ਤੁਹਾਨੂੰ? ਓਕੇ ਨੈਕਸਟ ਇਕੁਏਸ਼ਨ x + 3 ਅਪੋਨ x - 2 ਲੈਸ ਦੈਨ 2। ਇਹਨੂੰ ਇੱਦਾਂ ਲਿਖ ਲਿਆ ਇਹਨਾਂ ਨੇ -2 ਇੱਧਰ ਲੈ ਗਿਆ -2 ਲੈਸ ਦੈਨ ਆ ਗਿਆ 0। ਓਕੇ ਅਸੀਂ ਫਿਰ ਐਲਸੀਐਮ ਲੈਣਾ ਆਉਂਦਾ ਸਾਨੂੰ, ਆਪਾਂ ਐਲਸੀਐਮ ਲੈ ਲਿਆ। ਇਹ ਟਰਮ ਆਈ ਹੁਣ ਲੈਸ ਦੈਨ ਇਕੁਅਲ ਟੂ 0। ਹੁਣ ਦੇਖੋ ਲੈਸ ਦੈਨ ਇਕੁਅਲ ਟੂ 0 ਇਹ ਵਾਲੀ ਟਰਮ ਜਿਹਨੂੰ ਮੈਂ ਇੱਦਾਂ ਕਰ ਲਵਾਂ ਮਾਈਨਸ ਨਾਲ ਮਲਟੀਪਲਾਈ ਕਰ ਦਵਾਂ, ਇਹ ਬਣ ਜਾਏਗੀ ਗ੍ਰੇਟਰ ਦੈਨ ਇਕੁਅਲ ਟੂ 0। ਹੁਣ 0 ਤੋਂ ਵੱਡੇ ਹੋਣ ਦੀ ਇੱਕ ਕੰਡੀਸ਼ਨ ਹੈ, ਜਾਂ ਤਾਂ ਦੋਨਾਂ ਦੇ ਸਾਈਨ ਗ੍ਰੇਟਰ ਦੈਨ ਹੋਣ ਜਾਂ ਦੋਨਾਂ ਦੇ ਸਾਈਨ ਕੀ ਹੋਣ ਲੈਸ ਦੈਨ ਹੋਣ। ਇੱਕ ਕੰਡੀਸ਼ਨ ਹੈ ਨਾ, ਗ੍ਰੇਟਰ ਦੈਨ ਇਕੁਅਲ ਟੂ ਵੀ 0 ਕਹਿ ਦਿੱਤਾ। ਇਕੁਅਲ ਟੂ 0 ਕਦੋਂ ਬਣ ਸਕਦਾ, ਜਦੋਂ ਉੱਪਰ ਵਾਲੀ ਟਰਮ ਇਕੁਅਲ ਟੂ 0 ਵੀ ਹੋਵੇ। ਠੀਕ ਹੈ ਨਾ, ਇੱਥੇ ਇਸ ਲਈ ਇਹਦੇ ਜਾਂ ਗ੍ਰੇਟਰ ਦੈਨ ਇਕੁਅਲ ਟੂ 0 ਆਇਆ, ਇਹਦਾ ਇਕੱਲਾ ਗ੍ਰੇਟਰ ਦੈਨ 0 ਹੈ ਕਿਉਂਕਿ ਨੀਚੇ ਵਾਲੀ ਟਰਮ ਨਹੀਂ 0 ਦੇ ਬਰਾਬਰ ਨਹੀਂ ਹੋਣੀ ਚਾਹੀਦੀ, ਫਿਰ ਤਾਂ ਇਨਫਿਨਿਟੀ ਬਣ ਜਾਣਾ। ਸਮਝੋ ਇਹ ਚੀਜ਼ ਨੂੰ, ਬਹੁਤ ਸੌਖੀਆਂ ਕੁਛ ਔਖਾ ਨਹੀਂ ਹੈਗਾ। ਉਹ ਬੋਲ ਰਿਹਾ ਸੀ x - 7 ਅਪੋਨ x - 2 ਗ੍ਰੇਟਰ ਦੈਨ ਇਕੁਅਲ ਟੂ 0 ਆਵੇ। ਹੁਣ ਕਦੋਂ ਹੋ ਸਕਦਾ ਦੇਖੋ, ਪਹਿਲਾਂ ਤਾਂ ਮੈਂ ਇਕੱਲਾ ਗ੍ਰੇਟਰ ਦੈਨ ਦਾ ਦੱਸਦੀ, ਦੋਨੇ ਗ੍ਰੇਟਰ ਦੈਨ ਹੋ ਜਾਣ ਜਾਂ ਦੋਨੇ ਕੀ ਹੋ ਜਾਣ ਲੈਸ ਦੈਨ। ਇਕੁਅਲ ਟੂ 0 ਕਦੋਂ ਹੋ ਸਕਦਾ, ਜਦੋਂ ਇਕੁਅਲ ਟੂ ਵੀ ਹੈ ਨਾ ਇੱਥੇ, ਤਾਂ ਉੱਪਰ ਵਾਲੀ ਟਰਮ ਇਕੁਅਲ ਟੂ 0 ਵੀ ਆਪਾਂ ਪਾ ਦਈਏ ਨਾਲ। ਕਲੀਅਰ? ਬਸ ਹੁਣ ਇਹਨੂੰ ਇੱਧਰ ਤੇ ਵਾਲੇ ਨੂੰ ਸੋਲਵ ਕਰਦੇ ਜਾਣਾ, ਇੱਧਰੋਂ ਇੱਧਰ ਵਾਲੇ ਨੂੰ ਸੋਲਵ ਕਰਦੇ ਜਾਣਾ। x ਆ ਗਿਆ ਗ੍ਰੇਟਰ ਦੈਨ ਇਕੁਅਲ ਟੂ 7, ਇੱਥੋਂ ਆ ਗਿਆ x ਗ੍ਰੇਟਰ ਦੈਨ ਇਕੁਅਲ ਟੂ 2। ਆ ਤਾਂ ਦੋਨੇ ਇੱਕ ਦੂਜੇ ਦੇ ਓਪੋਜ਼ਿਟ ਹੈਗੇ ਨੇ। ਹੁਣ ਜਾਂ ਤਾਂ x ਕੀ ਹੋ ਸਕਦਾ ਗ੍ਰੇਟਰ ਦੈਨ ਇਕੁਅਲ ਟੂ 7 ਹੋ ਸਕਦਾ, ਜਾਂ ਫਿਰ x ਕੀ ਹੋ ਸਕਦਾ 2 ਤੋਂ ਛੋਟਾ ਹੋ ਸਕਦਾ। ਇੱਕੋ ਹੀ ਕੰਡੀਸ਼ਨ ਹੋ ਸਕਦੀ, ਮਤਲਬ ਜਾਂ ਤਾਂ ਇੱਥੇ ਨਾ ਇੱਕ ਤੁਸੀਂ ਨੰਬਰ ਲਾਈਨ ਵੀ ਡਰਾ ਕਰ ਸਕਦੇ ਹੋ। ਨੰਬਰ ਲਾਈਨ ਕਿੱਦਾਂ ਡਰਾ ਕਰ ਸਕਦੇ ਹੋ, 7 2 ਲੈਸ ਦੈਨ 7 ਗ੍ਰੇਟਰ ਦੈਨ 2 ਆ ਰਿਹਾ ਨਾ, ਦੇਖੋ ਮੈਂ ਤੁਹਾਨੂੰ ਦੱਸਦੀ ਕਿੱਦਾਂ। x ਆ ਰਿਹਾ ਗ੍ਰੇਟਰ ਦੈਨ ਇਕੁਅਲ ਟੂ 7 ਯਾਨੀ 7 ਤੋਂ ਵੱਡਾ, x ਆ ਰਿਹਾ ਗ੍ਰੇਟਰ ਦੈਨ 2 ਯਾਨੀ 2 ਤੋਂ ਵੱਡਾ, x ਲੈਸ ਦੈਨ ਇਕੁਅਲ ਟੂ 7 ਯਾਨੀ 7 ਤੋਂ ਛੋਟਾ, ਇੱਕ ਆ ਰਿਹਾ x ਲੈਸ ਦੈਨ 2 ਯਾਨੀ ਕਿ 2 ਤੋਂ ਛੋਟਾ। ਹੁਣ ਦੇਖੋ ਤੁਹਾਡੇ ਕੋਲ ਇੱਥੇ ਕਾਮਨ ਰੀਜ਼ਨ ਬਣ ਰਹੇ ਨੇ ਕਿਹੜੇ, ਇੱਕ ਤਾਂ ਕਾਮਨ ਨਹੀਂ, ਕਾਮਨ ਤੋਂ ਪਰੇ, ਇੱਕ ਤਾਂ 7 ਤੋਂ ਇਨਫਿਨਿਟੀ ਤੱਕ ਜਾ ਰਿਹਾ, ਇੱਕ ਮਾਈਨਸ ਇਨਫਿਨਿਟੀ ਤੋਂ 2 ਤੱਕ ਜਾ ਰਿਹਾ। ਇਹ ਵਾਲੇ ਤੁਸੀਂ ਲੈ ਲੈਣੇ ਰੀਜ਼ਨ, ਠੀਕ ਹੈ, ਉਹਨਾਂ ਨੂੰ ਯੂਨੀਅਨ ਪਾ ਕੇ ਲਿਖ ਲੈਣਾ। ਇੱਦਾਂ ਕੀਤਾ ਮਾਈਨਸ ਇਨਫਿਨਿਟੀ ਤੋਂ 2 ਤੇ 7 ਤੋਂ ਕੀ ਲਿਖਤਾ ਇਨਫਿਨਿਟੀ। ਇੱਦਾਂ ਤੁਸੀਂ ਪਿਛਲੇ ਵਾਲੇ ਨੂੰ ਵੀ ਦੇਖ ਸਕਦੇ ਹੋ, ਦੇਖੋ ਮੈਂ ਤੁਹਾਨੂੰ ਵੀ ਦੱਸਦੀ ਹਾਂ ਦੁਬਾਰਾ। ਯਾਨੀ x ਕੀ ਸੀ ਗ੍ਰੇਟਰ ਦੈਨ 3 ਯਾਨੀ 3 ਤੋਂ ਵੱਡਾ, x ਗ੍ਰੇਟਰ ਦੈਨ 5 ਤੋਂ ਵੀ ਵੱਡਾ ਯਾਨੀ ਇੱਧਰੋਂ ਵੱਡਾ ਆਇਆ ਇਹ ਵਾਲਾ। ਇੱਦਾਂ ਹੀ x ਲੈਸ ਦੈਨ 3 ਤੋਂ ਛੋਟਾ, ਲੈਸ ਦੈਨ 5 ਤੋਂ ਛੋਟਾ। ਹੁਣ ਦੇਖੋ ਇਹਨੂੰ ਛੱਡ ਕੇ ਦੇਖੋ, ਸਭ ਤੋਂ ਲਾਸਟ ਕਿਹੜਾ ਰੀਜ਼ਨ ਆਉਂਦਾ, ਇੱਕ ਇਹ ਵਾਲਾ, ਇੱਕ ਕਿਹੜਾ ਆਉਂਦਾ ਇਹ ਵਾਲਾ। ਸਭ ਤੋਂ ਸਾਈਡ ਵਾਲੇ ਦੇਖ ਲੈਣਾ ਤੁਸੀਂ, ਯਾਨੀ -3 ਤੋਂ ਇਨਫਿਨਿਟੀ ਤੋਂ -3 ਜਾ ਸਕਦੇ ਹਾਂ ਤੇ 5 ਤੋਂ ਇਨਫਿਨਿਟੀ। ਇਹ ਜਿਹੜਾ ਕਾਮਨ ਹੈ ਇਹਨੂੰ ਛੱਡ ਦੇਣਾ, ਠੀਕ ਹੈ, ਬਾਕੀ ਲੈ ਲੈਣਾ। ਇੱਦਾਂ ਵੀ ਲੈ ਸਕਦੇ ਤੁਸੀਂ। नेक्स्ट क्वेश्चन देखो, 2x - 3 अपॉन 4 + 8 ग्रेटर दैन इक्वल टू 2 + 4x अपॉन 3। सिंपल है, ये कुछ ज़्यादा नहीं है। उन्हें दोनों साइड पहला मल्टीप्लाई कर दिता 12 ना, ठीक है, क्योंकि दोनों डिनोमीनेटर 4 ते 3 का एलसीएम कितना होंगे 12। या तुसी सिंपल भी कर सकते हो, कोई इदा का नहीं है। इधर 4 ना मल्टीप्लाई, इधर सारे 3 ना, जिदा आप करते होंगे, ठीक है, इदा भी कर सकते, जिदा मर्जी कर लेना। सो इन्हें सॉल्व करके वेरीएबल एक साइड दूसरे एक साइड ले जाने, तो साढ़े को आ जाना इतना आ गया x लेस दैन इक्वल टू 6.3। सो ऑब्वियसली हम 6.3 तो कितने तक जाएगा, छोटा -इनफिनिटी तक। नेक्स्ट है जी 3x + 5 लेस दैन x - 7 when x इज़ एन इंटीजर। पहला गल की इंटीजर, दूसरा क्या रियल नंबर। ओके, पहला इंटीजर लिए सॉल्व करते हैं। अगेन वेरीएबल एक साइड, सारे एक साइड लैके x की आ गया लेस दैन इक्वल टू -6। ओके, इंटीजर की गल करते हैं।
एक्स साढ़े को ने बोलिया लैस दैन -6 तो छोटे कितने तक जा सकते हैं, -6 तो छोटे -7 -8 -9 पता ही नहीं कितने तक। सो इन्हू इदा लिख देना। जे रियल नंबर की गल करता रियल फिर आप नंबर लाइन ते दसना कितने तक जा सकते -20 तो -6 -20 तो -6 तक। क्लियर, बस यही फ़र्क है जो पेपर च आ गया। सॉल्व द सिस्टम ऑफ इनइक्वेशन, यही सेम अगेन x -2 ग्रेटर दैन 0 3x की आ दो दे दी वो अकॉर्डिंग दो सोल्यूशनस बन जाने तुहाडे को। इत्थों बन गया x ग्रेटर दैन 2। अच्छा ठीक है, इत्थों आ गया x ग्रेटर दैन 2, इत्थों भी की आ गया x ग्रेटर दैन 2। सो कितने तक जाएगा 2 तो इन्फिनिटी तक। वेट दिस इज ओके 3 6 का आएगा, सॉरी इत्थों देखो गलती की कर गया आप, ये आ गया x ग्रेटर दैन 2 तो ये बन गया ग्रेटर दैन 2 की हो गया 2 तो इनफाइनाइट। इत्थों की आ जाएगा 3x लेस दैन 18 तो 3 6 तो x लेस दैन 6 तो छोटा कितना जा सकेगा -इन्फिनिटी तो 6। सो यूनियन आ जाने साढ़े को। ठीक है, एक -इन्फिनिटी तो 6, एक आ गया सीगा साढ़े को 0 तो 2। 0 तो 2 आया सी, कितों आया सी 2 तो इन्फिनिटी, सॉरी दोनों सोल्यूशन लिख देने। ये आ गया -20। क्लीयर द इंटरसेक्शन ऑफ द सोल्यूशन ऑफ सैट इज 2 तो 6। ओके ठीक है, इनू आप ना हुण देखो ये इंटरसेक्शन देखो, मैं तुहानूं दसदी किद्दां कह रहा। आप जाना -इन्फिनिटी तो 6 तो 2 तो जाना इन्फिनिटी, तो ये जो कॉमन शेडेड आ गया विच कितना आ गया 2 तो कितना आ गया 6। ये फाइंड आउट करना सी आपां इहदे विच, जे दो इक्वेशन इधर इधर कॉमा पा के। हजे तक असीं वालियां कीतियां नहीं, जिहड़ियां पिछलियां कीतियां कोई भी इदां दी नहीं सी। देख लो इक्को एक इक्वेशन करते पे सीगे। हुण वो आ कि जे दो इक्वेशन दिंदे ओहदे किद्दां सोल्यूशन, वो असीं कॉमन शेडेड रीजन लेना हुंदा। दुबारा मैं दस दिंदी हाँ, इत्थे x ग्रेटर दैन 2 आ ना, तो इत्थों आ गया x लैस दैन 6, यानी कि 6 तो छोटा कितना चल जाना इधर, 2 तो वड्डा इत्थे तक। सो कॉमन शेडेड क्या जाना 2 तो 6 ही आ जाना। इक्वल टू द साइन तो कितने है नहीं तो क्लोज इंटरवल ले लेंदे। हुण समझानी होर देखो, पहले इनू एक इक्वेशन सॉल्व कर लो, फिर दूसरी इक्वेशन सॉल्व कर लो। पहली इक्वेशन तो सोल्यूशन आया कि x ग्रेटर दैन 4, दूसरा की आ गया x की आ ग्रेटर दैन इक्वल टू 2 यानी 2 तो वड्डा। ठीक है, कॉमन शेडेड कितना आ गया 2 तो लेके 4, 2 तो अगे सारा शेडेड ही है ना। दोबारा देख लो कुछ औखा नहीं है। x ग्रेटर दैन 4 आ, 4 तो वड्डा ये सारा इधर। ठीक है, हुण 2 तो वड्डा उन्होंने इधर इधर शेड कर लो। कॉमन शेडेड कितना आ जाना साढ़े कोल, कॉमन जो दोनों के आएगा x ग्रेटर दैन इक्वल टू 2। ठीक है, तो x की आ लिया ग्रेटर दैन 4। सो मतलब कि आ वाला रीजन 2 तो लैके आ वाला ये आ गया इन्फिनिटी के एक का, क्योंकि ओपन इंटरवल है। जो दूसरे का करेंगे वो आ गया 4 तो इन्फिनिटी, पर कॉमन आह आना जो साढ़े को 4 तो इन्फिनिटी वाला। ठीक है, सो इस करके आ गया 4 तो इन्फिनिटी। आई होप तुहानूं ये समझ आता होगा कि एक उन्हें दिता ग्रेटर दैन 4। ठीक है, नंबर लाइन इत्थे साढ़े कोल बनी हुई है। ग्रेटर दैन 4 मतलब ये वाला आ गया, 2 तो अगे चल जाओ कॉमन कितना आएगा जो दोनों के विच आ रहा इन्ना हिस्सा ही आ, अगे इन्फिनिटी तक जा रहा दोनों का कॉमन। सो 4 तो इन्फिनिटी तक वो आंसर आ जाएगा। नैक्सट देख लो इदा एक नू सॉल्व किया एक्स की आ जाना। हूँ मैं बार बार सॉल्व तक करानी नहीं तो पिछले हूँ कितनी इक्वेशन सॉल्व कर लिया। एक्स लेस देन हो गया 6 तो छोटा कितना तक जाएगा इन्फिनिटी तक, माइनस इन्फिनिटी तक। दूसरे ने सॉल्व किया गया एक्स ग्रेटर दैन 2। हूँ देखो इनू किदा एक्स पहला साढ़े कोल की आया, एक्स की आ गया साढ़े कोल 6 तो इधर माइनस इन्फिनिटी तक जाना। देखो 6 तो माइनस इन्फिनिटी। दूसरा ग्रेटर दैन इक्वल टू 2, ये 2 तो इधर जाना आप कितने तक जाना 2 तो 2 ਨੂੰ ਨਾਲ ਇਨਕਲੂਡ ਵੀ ਕਰਨਾ 2 ਤੋਂ ਇਨਫਿਨਿਟੀ तक। यानी ਇਹਨੂੰ ਤੁਸੀਂ ਹੁਣ ਇੱਦਾਂ ਵੀ ਲਿਖ ਸਕਦੇ ਹੋ, यानी कॉमन तो देखो कॉमन कितना आ गया 2 तो लैके 6 तक ही कॉमन आया। 2 इनकलूडेड सीगा क्योंकि इक्वल टू का भी साइन सीगा, 6 तो ओपन सीगा क्योंकि उत्ते कलर लैस देंदा। सो 2 तो 6 आंसर आ गया। क्लोज इंटरवल एक पासे ओपन इंटरवल। इनू तुसीं इदां भी लिख सकदे हो इंटरसैक्शन की -20 तो 6 तक इहदी इंटरसैक्शन ते अगे 2 तो लैके इन्फिनिटी तक दी इंटरसैक्शन। दोनों च सांझा की आ गया 2 तो 6। आई होप तुहानूं ये समझ आउंदा होवे कि 2 तो उन्हें सॉरी 6 तो की क्या सी माइनस इन्फिनिटी तक, 2 तो इधर प्लस 2 इनकलूडेड सीगा इक्वल टू द साइन सी, पर ये इनकलूडेड नहीं सी इसलिए ओपन इंटरवल इधर क्लोज इंटरवल है। इदी ये देखो दो इक्वेशन दित्तियां हुई सॉल्व तो तुसीं कर लेनी है। मैं तो ये मेन चीज़ समझानी। एक्स ग्रेटर दैन 3 आ गया एक, इनू सॉल्व तो तुसीं खुद कर लोगे ना, ये देखी जाओ बस क्योंकि हम कितनी इक्वेशन सॉल्व कर ली हैं। एक आ गया साढ़े को 40/11। ठीक है,
ये वाला सॉल्व द इक्वेशन ਇਹਨੂੰ ਇਕੁਏਸ਼ਨ ਨੂੰ ਸੋਲਵ ਕੀਤਾ x ਕੀ ਆ ਗਿਆ ਗ੍ਰੇਟਰ ਦੈਨ 3 ਮਤਲਬ ਸੋਲੂਸ਼ਨ ਆ ਗਿਆ 3 ਤੋਂ ਇਨਫਿਨਿਟੀ। ਜਦੋਂ ਆਪਾਂ ਦੂਸਰੀ ਇਕੁਏਸ਼ਨ ਨੂੰ ਸੋਲਵ ਕੀਤਾ ਇਹਨੂੰ ਵੀ ਅਸੀਂ ਇਹਦੀ ਐਲਸੀਐਮ ਲੈ ਕੇ ਸੋਲਵ ਕਰੀ ਜਾਣਾ। ਜਦੋਂ ਪੂਰਾ ਕੀਤਾ x ਕੀ ਆ ਗਿਆ ਗ੍ਰੇਟਰ ਦੈਨ ਇਕੁਅਲ ਟੂ 40/11। ओके सो दोनों तो आप इंटरसैक्शन कर लेनी है। इंटरसैक्शन किद्दां करनी है, ये सोल्यूशन की सीगा 3 तो वड्डा साडे कोल 3 तो वड्डा लेट्स से इत्थे ले लिया आपां 0 1 2 3 तो वड्डा ले लिया। फिर असी दूसरा की x ग्रेटर दैन 40/11 लेट्स से इत्थे का कॉमन की आ जाएगा, अगले वाला ही आ जाएगा सारा कॉमन, अगे तक जाना इनफिनिटी तक, अभी इनफिनिटी तक अगे गए कॉमन इत्थों 40 तो शुरू हो गया। सो आंसर क्या है 40/11 तो इनफिनिटी। कॉमन देखना बस कि जड़ा दोनों ही कवर कर रहे हैं इंटरसैक्शन लैनी। सॉल्व द फॉलोइंग सिस्टम ऑफ इक्वेशन अगेन इनू भी इदा सॉल्व करना। अच्छा ये तुहाडे कोल इक्को इक्वेशन हैगी वही एलसीएम वगैरह लैके 4 6 का इधरों मल्टीप्लाई करके सारा ईजी हो जाएगा। ये साढ़े को है एक्स ग्रेटर दैन 4 मतलब 4 तो इनफिनिटी। ये तुहाडी प्रैक्टिस लिए है ने जिन्ने सम प्रैक्टिस करोगे उन्ना वधिया। इधर मल्टीप्लाई क्रॉस मल्टीप्लाई करके वेरीएबल एक साइड कॉन्स्टेंट एक साइड तो आंसर आ जाएगा। सेम इदा का 1/2 क्रॉस मल्टीप्लाई करो, ठीक है। पहले इन सिस्टम में सॉल्व करके अंदर फिर क्रॉस मल्टीप्लाई करके वेरीएबल एक साइड दूसरे एक साइड जे माइनस आंदा पे आया माइनस ना मल्टीप्लाई करो, साइन ऑफ इनक्वालिटी चेंज हो जाएगा। एक्स 120 तो छोटा ते पर इक्वल टू होने करके क्लोज इंटरवल छोटा कितना जाएगा माइनस इनफिनिटी तक। 3 ये भी अंदर मल्टीप्लाई कर दो वेरीएबल एक साइड दूसरे एक साइड, माइनस ना माइनस कट इदा तो नहीं होनी, माइनस ना मल्टीप्लाई करना पड़ना, साइन ऑफ इनक्वालिटी चेंज। सो एक्स की आ गया लेस दैन इक्वल टू 4, सो 4 तो इधर माइनस इनफिनिटी तक इक्वल टू होने करके क्लोज इंटरवल का साइन सेम हैगा जी। सम बहुत सौखे सौखे लास्ट के तुहाडे लई ताकि जिन्नी प्रैक्टिस कर लो वधिया। वेरीएबल एक साइड कॉन्स्टेंट एक साइड वो अकॉर्डिंग रिजल्ट आ गया। एक्स लेस दैन -3 हुण देखो एक्स लेस दैन -3 है यानी -3 तो कितने तक जाना इनफिनिटी तक। क्लियर दोनों साइड माइनस हो फिर तुसीं माइनस ना मल्टीप्लाई करिया करो, उधर ही वाला पंगा लैण दी लोड़ ही नहीं। 16 ਇਹਦਾ एलसीएम वगैरह लो मल्टीप्लाई करो दोनों साइड, इधर 4 ते 5 दा 20 आ जाएगा, इधर 20 का मल्टीप्लाई कर दो, इधर एलसीएम ले लो पहला, इधर मल्टीप्लाई करके सारा सॉल्व करके क्रॉस मल्टीप्लाई करके वेरीएबल एक साइड दूसरे एक साइड, ठीक है जी। इतने आ गया ना दोनों पासे माइनस है ना, हुण मल्टीप्लाई करो दोनों पासे माइनस ना, साइन ऑफ इनक्वालिटी फिर चेंज करो। यदि सेम ये अंदर मल्टीप्लाई करो वेरीएबल्स एक साइड कॉन्स्टेंट एक साइड, एक्स ग्रेटर दैन -1 तो ग्रेटर दैन मतलब कितने तक जाएगा इनफिनिटी तक, ठीक है जी। बहुत सम काफ़ी सारे सम प्रैक्टिस किए, इन्होंने एक बार कर लेना, एक साडा BSc दे विचों रह जाएगा फिर वो करांगे तो फिर लगभग खत्म हो जाएगा। आई थिंक 2 वीडियो शायद होर अपलोड होन तो नाल अपना जो सैट ते ग्रुप शुरू किया वो भी कंप्लीट कर लेना है, ठीक है। सो वीडियो पसंद आए लाइक एंड कमेंट करना। थैंक्स फॉर वॉचिंग द वीडियो।